ਅੱਜ ਅਸੀਂ ਅਣੂਆਂ ਦੀਆਂ ਕਿਸਮਾਂ ਤੇ ਉਹਨਾਂ ਦੀ ਬਣਤਰ ਦਾ ਅਣਵੀ ਮਾਡਲ ਦੁਆਰਾ ਅਧਿਐਨ ਕਰਾਂਗੇ। ਪਰਮਾਣੂ ਪੁੰਜ, ਅਣੂ ਪੁੰਜ ਅਤੇ ਸੂਤਰ ਪੁੰਜ ਦੀ ਜਾਣਕਾਰੀ ਵੀ ਪ੍ਰਾਪਤ ਕਰਾਂਗੇ। ਵਿਦਿਆਰਥੀਓ, ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਆਲੇ ਦੁਆਲੇ ਸਾਰੀਆਂ ਚੀਜ਼ਾਂ ਮਾਦੇ ਤੋਂ ਬਣੀਆਂ ਹਨ। ਜੇਕਰ ਅਸੀਂ ਮਾਦੇ ਨੂੰ ਰਸਾਇਣਕ ਤੌਰ ਤੇ ਵਰਗੀਕ੍ਰਿਤ ਕਰੀਏ ਤਾਂ ਇਹ ਆਪਣੇ ਸ਼ੁੱਧ ਰੂਪ ਵਿੱਚ ਤੱਤ ਅਤੇ ਯੌਗਿਕ ਦੇ ਰੂਪ ਵਿੱਚ ਮਿਲਦਾ ਹੈ। ਸਭ ਤੋਂ ਪਹਿਲਾਂ ਅਸੀਂ ਤੱਤ ਬਾਰੇ ਵਿਚਾਰ ਕਰਦੇ ਹਾਂ। ਤੱਤ ਪਦਾਰਥ ਦਾ ਉਹ ਸ਼ੁੱਧ ਰੂਪ ਹੈ ਜੋ ਰਸਾਇਣਕ ਕਿਰਿਆਵਾਂ ਦੁਆਰਾ ਨਾ ਤਾਂ ਸਧਾਰਨ ਪਦਾਰਥਾਂ ਤੋਂ ਬਣਾਇਆ ਜਾ ਸਕਦਾ ਹੈ ਅਤੇ ਨਾ ਹੀ ਉਸ ਨੂੰ ਸਧਾਰਨ ਪਦਾਰਥਾਂ ਵਿੱਚ ਵੰਡਿਆ ਜਾ ਸਕਦਾ ਹੈ। ਇੱਕ ਹੋਰ ਪਰਿਭਾਸ਼ਾ ਅਨੁਸਾਰ ਤੱਤ ਪਦਾਰਥ ਦਾ ਉਹ ਸ਼ੁੱਧਤਮ ਰੂਪ ਹੈ ਜੋ ਕਿ ਸਿਰਫ ਇੱਕ ਹੀ ਪ੍ਰਕਾਰ ਦੇ ਕਣਾਂ ਤੋਂ ਬਣਿਆ ਹੋਇਆ ਹੈ। ਇਹ ਕਣ ਪਰਮਾਣੂ ਜਾਂ ਅਣੂ ਹੋ ਸਕਦੇ ਹਨ। ਤੱਤ ਦੇ ਅਣੂਆਂ ਵਿੱਚ ਇੱਕੋ ਪ੍ਰਕਾਰ ਦੇ ਪਰਮਾਣੂ ਹੁੰਦੇ ਹਨ। ਜੇਕਰ ਅਸੀਂ ਤੱਤ ਨੂੰ ਸੂਖਮ ਤੌਰ ਤੇ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਤੱਤ ਛੋਟੇ-ਛੋਟੇ ਕਣਾਂ ਤੋਂ ਬਣਿਆ ਹੈ, ਜਿਨ੍ਹਾਂ ਨੂੰ ਪਰਮਾਣੂ ਕਹਿੰਦੇ ਹਨ। ਪਰਮਾਣੂਆਂ ਨੂੰ ਪਹਿਲਾਂ ਨਾ ਵੰਡਣ ਯੋਗ ਮੰਨਿਆ ਜਾਂਦਾ ਸੀ, ਪਰ ਵੱਖ-ਵੱਖ ਵਿਗਿਆਨੀਆਂ ਨੇ ਇਹ ਸਿੱਧ ਕੀਤਾ ਕਿ ਪਰਮਾਣੂ ਅੱਗੇ ਇਲੈਕਟ੍ਰੌਨ, ਪ੍ਰੋਟੌਨ ਅਤੇ ਨਿਊਟਰੌਨ ਤੋਂ ਬਣਿਆ ਹੈ। ਪਰਮਾਣੂ ਸੁਤੰਤਰ ਰੂਪ ਵਿੱਚ ਵੀ ਰਹਿ ਸਕਦਾ ਹੈ, ਜਿਵੇਂ ਕਿ ਨੋਬਲ ਗੈਸ ਹੀਲੀਅਮ ਭਾਵ He ਦੇ ਪਰਮਾਣੂ। ਪਰ ਸਾਰੇ ਪਰਮਾਣੂ ਸੁਤੰਤਰ ਰੂਪ ਵਿੱਚ ਨਹੀਂ ਰਹਿ ਸਕਦੇ। ਇਹ ਆਪਣੇ ਤੱਤ ਦੇ ਹੋਰ ਪਰਮਾਣੂਆਂ ਜਾਂ ਦੂਜੇ ਤੱਤ ਦੇ ਪਰਮਾਣੂਆਂ ਨਾਲ ਜੁੜ ਕੇ ਸੰਯੁਕਤ ਰੂਪ ਵਿੱਚ ਵਿਚਰਦਾ ਹੈ, ਜਿਵੇਂ ਕਿ ਕਲੋਰੀਨ ਤੱਤ ਕਲੋਰੀਨ ਅਣੂ ਦੇ ਰੂਪ ਵਿੱਚ ਵਿਚਰਦਾ ਹੈ। ਮਾਦੇ ਦਾ ਦੂਜਾ ਸ਼ੁੱਧ ਰੂਪ ਯੌਗਿਕ ਹੈ। ਵਿਦਿਆਰਥੀਓ, ਯੌਗਿਕ ਪਦਾਰਥ ਦਾ ਉਹ ਸ਼ੁੱਧ ਰੂਪ ਹੈ ਜੋ ਦੋ ਜਾਂ ਦੋ ਤੋਂ ਵੱਧ ਤੱਤਾਂ ਨੂੰ ਰਸਾਇਣਕ ਤੌਰ ਤੇ ਪੁੰਜ ਅਨੁਸਾਰ ਨਿਸ਼ਚਿਤ ਅਨੁਪਾਤ ਵਿੱਚ ਮਿਲਾਉਣ ਤੇ ਬਣਦਾ ਹੈ। ਯੌਗਿਕ ਦੇ ਛੋਟੇ ਤੋਂ ਛੋਟੇ ਕਣ ਨੂੰ ਅਣੂ ਕਿਹਾ ਜਾਂਦਾ ਹੈ। ਇਸ ਤਰ੍ਹਾਂ ਅਣੂ ਕਿਸੇ ਤੱਤ ਜਾਂ ਯੌਗਿਕ ਦਾ ਛੋਟੇ ਤੋਂ ਛੋਟਾ ਕਿਣਕਾ ਹੈ ਜੋ ਸੁਤੰਤਰ ਰੂਪ ਵਿੱਚ ਵਿਚਰਨ ਦੀ ਸਮਰੱਥਾ ਰੱਖਦਾ ਹੈ ਅਤੇ ਸੰਬੰਧਿਤ ਤੱਤ ਜਾਂ ਯੌਗਿਕ ਦੇ ਸਾਰੇ ਗੁਣਾਂ ਨੂੰ ਦਰਸਾਉਂਦਾ ਹੈ। ਵਿਦਿਆਰਥੀਓ, ਆਕਸੀਜਨ ਦਾ ਇੱਕ ਅਣੂ ਦੋ ਆਕਸੀਜਨ ਪਰਮਾਣੂਆਂ ਨੂੰ ਰਾਸਾਇਣਿਕ ਤੌਰ ਤੇ ਮਿਲਾਉਣ ਤੇ ਬਣਦਾ ਹੈ। ਹਾਈਡਰੋਕਲੋਰਿਕ ਐਸਿਡ ਗੈਸ HCl ਦਾ ਇੱਕ ਅਣੂ ਇੱਕ ਹਾਈਡਰੋਜਨ ਪਰਮਾਣੂ ਅਤੇ ਇੱਕ ਕਲੋਰੀਨ ਪਰਮਾਣੂ ਨੂੰ ਰਾਸਾਇਣਿਕ ਤੌਰ ਤੇ ਮਿਲਾਉਣ ਤੇ ਬਣਦਾ ਹੈ। ਕਾਰਬਨ ਡਾਈਆਕਸਾਈਡ ਗੈਸ ਦਾ ਇੱਕ ਅਣੂ ਇੱਕ ਕਾਰਬਨ ਪਰਮਾਣੂ ਤੇ ਆਕਸੀਜਨ ਦੇ ਦੋ ਪਰਮਾਣੂਆਂ ਨੂੰ ਰਾਸਾਇਣਿਕ ਤੌਰ ਤੇ ਮਿਲਾਉਣ ਤੇ ਬਣਦਾ ਹੈ। ਅਣੂਆਂ ਨੂੰ ਦੋ ਕਿਸਮਾਂ ਵਿੱਚ ਵੰਡਿਆ ਗਿਆ ਹੈ। ਸਮ ਪਰਮਾਣਵੀ ਅਣੂ, ਜਿਵੇਂ ਕਿ ਹਾਈਡਰੋਜਨ, ਆਕਸੀਜਨ ਅਤੇ ਨਾਈਟ੍ਰੋਜਨ, ਤੇ ਵਿਖਮ ਪਰਮਾਣਵੀ ਅਣੂ, ਜਿਵੇਂ ਕਿ ਹਾਈਡਰੋਜਨ ਕਲੋਰਾਈਡ, ਕਾਰਬਨ ਡਾਈਆਕਸਾਈਡ, ਪਾਣੀ ਅਤੇ ਅਮੋਨੀਆ। ਇੱਕੋ ਹੀ ਤੱਤ ਜਾਂ ਵੱਖ-ਵੱਖ ਤੱਤਾਂ ਦੇ ਪਰਮਾਣੂਆਂ ਦੇ ਰਸਾਇਣਕ ਤੌਰ ਤੇ ਜੁੜਨ ਨਾਲ ਅਣੂ ਬਣਦਾ ਹੈ। ਜੇਕਰ ਅਣੂ ਇੱਕੋ ਹੀ ਤੱਤ ਦੇ ਇੱਕ ਜਾਂ ਵਧੇਰੇ ਪਰਮਾਣੂਆਂ ਤੋਂ ਬਣਿਆ ਹੋਵੇ
ਤਾਂ ਉਸ ਅਣੂ ਨੂੰ ਸਮ ਪਰਮਾਣਵੀ ਅਣੂ ਭਾਵ ਹੋਮੋ ਐਟੋਮਿਕ ਮੋਲੀਕਿਊਲਸ ਆਖਦੇ ਹਨ। ਇਹਨਾਂ ਨੂੰ ਤੱਤ ਦੇ ਅਣੂ ਜਾਂ ਤੱਤਵੀ ਅਣੂ ਕਿਹਾ ਜਾਂਦਾ ਹੈ। ਚਲੋ ਇਸ ਦੇ ਕੁਝ ਉਦਾਹਰਣ ਵੇਖਦੇ ਹਾਂ। ਜਿਵੇਂ ਕਿ ਆਕਸੀਜਨ ਅਣੂ। ਆਕਸੀਜਨ ਦਾ ਇੱਕ ਪਰਮਾਣੂ ਦੂਜੇ ਆਕਸੀਜਨ ਪਰਮਾਣੂ ਨਾਲ ਰਾਸਾਇਣਿਕ ਤੌਰ ਤੇ ਮਿਲ ਕੇ ਆਕਸੀਜਨ ਦਾ ਅਣੂ ਬਣਾਉਂਦੇ ਹਨ। ਨਾਈਟ੍ਰੋਜਨ ਅਣੂ। ਨਾਈਟ੍ਰੋਜਨ ਦਾ ਇੱਕ ਪਰਮਾਣੂ ਨਾਈਟ੍ਰੋਜਨ ਦੇ ਦੂਜੇ ਪਰਮਾਣੂ ਨਾਲ ਰਾਸਾਇਣਿਕ ਤੌਰ ਤੇ ਮਿਲ ਕੇ ਨਾਈਟ੍ਰੋਜਨ ਅਣੂ ਬਣਾਉਂਦੇ ਹਨ। ਇਸ ਕਿਸਮ ਦੇ ਅਣੂਆਂ ਨੂੰ ਸਮਪਰਮਾਣਵੀ ਅਣੂ ਕਿਹਾ ਜਾਂਦਾ ਹੈ। ਜੇ ਅਣੂ ਦੋ ਜਾਂ ਦੋ ਤੋਂ ਵੱਧ ਵੱਖ-ਵੱਖ ਤੱਤਾਂ ਦੇ ਪਰਮਾਣੂਆਂ ਦੇ ਸੁਮੇਲ ਤੋਂ ਬਣਿਆ ਹੋਵੇ ਤਾਂ ਉਸ ਨੂੰ ਵਿਖਮ ਪਰਮਾਣਵੀ ਅਣੂ ਕਿਹਾ ਜਾਂਦਾ ਹੈ। ਇਹਨਾਂ ਅਣੂਆਂ ਨੂੰ ਯੌਗਿਕਾਂ ਦੇ ਅਣੂ ਵਜੋਂ ਵੀ ਜਾਣਿਆ ਜਾਂਦਾ ਹੈ, ਜਿਵੇਂ ਕਿ ਹਾਈਡਰੋਕਲੋਰਿਕ ਐਸਿਡ HCl। ਹਾਈਡਰੋਜਨ ਦਾ ਇੱਕ ਪਰਮਾਣੂ ਕਲੋਰੀਨ ਦੇ ਇੱਕ ਪਰਮਾਣੂਆਂ ਨਾਲ ਰਾਸਾਇਣਿਕ ਤੌਰ ਤੇ ਮਿਲ ਕੇ ਹਾਈਡਰੋਜਨ ਕਲੋਰਾਈਡ ਦਾ ਇੱਕ ਅਣੂ ਬਣਾਉਂਦਾ ਹੈ। ਕਾਰਬਨ ਡਾਈਆਕਸਾਈਡ CO2। ਕਾਰਬਨ ਦਾ ਇੱਕ ਪਰਮਾਣੂ ਆਕਸੀਜਨ ਦੇ ਦੋ ਪਰਮਾਣੂਆਂ ਨਾਲ ਮਿਲ ਕੇ ਕਾਰਬਨ ਡਾਈਆਕਸਾਈਡ ਅਣੂ ਬਣਾਉਂਦਾ ਹੈ। ਵਾਟਰ H2O। ਹਾਈਡਰੋਜਨ ਦੇ ਦੋ ਪਰਮਾਣੂ ਆਕਸੀਜਨ ਦੇ ਇੱਕ ਪਰਮਾਣੂ ਨਾਲ ਮਿਲ ਕੇ ਪਾਣੀ ਬਣਾਉਂਦੇ ਹਨ। ਸਲਫਰ ਟ੍ਰਾਈਆਕਸਾਈਡ SO3। ਸਲਫਰ ਦਾ ਇੱਕ ਪਰਮਾਣੂ ਆਕਸੀਜਨ ਦੇ ਤਿੰਨ ਪਰਮਾਣੂਆਂ ਨਾਲ ਰਾਸਾਇਣਿਕ ਤੌਰ ਤੇ ਮਿਲ ਕੇ ਸਲਫਰ ਟ੍ਰਾਈਆਕਸਾਈਡ ਅਣੂ ਬਣਾਉਂਦੇ ਹਨ। ਪਰਮਾਣੁਤਾ ਭਾਵ ਐਟੋਮਿਸਿਟੀ। ਵਿਦਿਆਰਥੀਓ, ਹੁਣ ਤੱਕ ਤੁਸੀਂ ਸਮਪਰਮਾਣਵੀ ਅਣੂ ਭਾਵ ਹੋਮੋ ਐਟੋਮਿਕ ਮੋਲੀਕਿਊਲਸ ਅਤੇ ਵਿਖਮ ਪਰਮਾਣਵੀ ਅਣੂਆਂ ਭਾਵ ਹੈਟਰੋ ਐਟੋਮਿਕ ਮੋਲੀਕਿਊਲਸ ਦੇ ਵਿਸ਼ੇ ਬਾਰੇ ਜਾਣ ਗਏ ਹੋਵੋਗੇ। ਆਓ ਹੁਣ ਪਰਮਾਣੁਤਾ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਕਿਸੇ ਤੱਤ ਜਾਂ ਯੌਗਿਕ ਦੇ ਅਣੂ ਵਿੱਚ ਪਰਮਾਣੂਆਂ ਦੀ ਸੰਖਿਆ ਨੂੰ ਪਰਮਾਣੁਤਾ ਭਾਵ ਐਟੋਮਿਸਿਟੀ ਕਹਿੰਦੇ ਹਨ। 1, 2, 3, 4, 5 ਅਤੇ 6 ਪਰਮਾਣੂਆਂ ਵਾਲੇ ਅਣੂਆਂ ਨੂੰ ਲੜੀਵਾਰ ਮੋਨੋ ਐਟੋਮਿਕ ਅਣੂ, ਡਾਈ ਐਟੋਮਿਕ ਅਣੂ, ਟ੍ਰਾਈ ਐਟੋਮਿਕ ਅਣੂ, ਟੈਟਰਾ ਐਟੋਮਿਕ ਅਣੂ, ਪੈਂਟਾ ਐਟੋਮਿਕ ਅਣੂ ਅਤੇ ਹੈਕਸਾ ਐਟੋਮਿਕ ਅਣੂ ਕਹਿੰਦੇ ਹਨ। ਆਓ ਕੁਝ ਉਦਾਹਰਣਾਂ ਲਈਏ। ਫਾਸਫੋਰਸ ਭਾਵ P4 ਵਿੱਚ ਫਾਸਫੋਰਸ ਦੇ 4 ਪਰਮਾਣੂ ਹਨ। ਇਸ ਕਰਕੇ ਇਸ ਦੀ ਪਰਮਾਣੁਤਾ 4 ਹੈ। ਦੂਜੀ ਉਦਾਹਰਣ ਸਲਫਰ ਭਾਵ S8 ਅਣੂ ਦੀ ਹੈ। ਸਲਫਰ S8 8 ਪਰਮਾਣੂਆਂ ਦਾ ਇੱਕ ਸਮੂਹ ਹੈ। ਇਸ ਕਰਕੇ ਸਲਫਰ ਦੀ ਪਰਮਾਣੁਤਾ 8 ਹੈ। ਹੁਣ ਅਸੀਂ ਅਗਲੀ ਉਦਾਹਰਣ ਆਕਸੀਜਨ ਅਣੂ ਦੀ ਲੈਂਦੇ ਹਾਂ, ਜਿਸ ਦੇ ਵਿੱਚ 2 ਪਰਮਾਣੂ ਹਨ ਅਤੇ ਇਸ ਦੀ ਪਰਮਾਣੁਤਾ 2 ਹੈ। ਫਾਸਫੋਰਸ P4 4 ਪਰਮਾਣੁਕਤਾ, ਸਲਫਰ S8 8 ਪਰਮਾਣੁਕਤਾ, ਆਕਸੀਜਨ O2 2 ਪਰਮਾਣੁਕਤਾ। ਹਾਲ ਹੀ ਵਿੱਚ ਕਾਰਬਨ ਦਾ ਇੱਕ ਵੱਖਰਾ ਰੂਪ C60 ਲੱਭਿਆ ਹੈ। ਇਸ ਨੂੰ ਬਕਮਿਨਸਟਰ ਫਲੂਰੀਨ ਕਿਹਾ ਜਾਂਦਾ ਹੈ। C60 ਦੇ ਇੱਕ ਅਣੂ ਵਿੱਚ 60 ਕਾਰਬਨ ਪਰਮਾਣੂ ਆਪੋ ਵਿੱਚ ਜੁੜੇ ਹੁੰਦੇ ਹਨ। ਕਿਸੇ ਤੱਤ
ਜਾਂ ਯੌਗਿਕ ਦੇ ਅਣੂ ਨੂੰ ਉਹਨਾਂ ਦੇ ਵਿੱਚ ਪਰਮਾਣੂਆਂ ਦੀ ਸੰਖਿਆ ਦੇ ਆਧਾਰ ਤੇ ਮੋਨੋਐਟੋਮਿਕ, ਡਾਇਐਟੋਮਿਕ, ਟ੍ਰਾਈਐਟੋਮਿਕ ਅਤੇ ਪੋਲੀਐਟੋਮਿਕ ਅਣੂਆਂ ਵਿੱਚ ਵੰਡਿਆ ਜਾ ਸਕਦਾ ਹੈ। ਡਾਇਐਟੋਮਿਕ ਅਣੂ ਵਿੱਚ 2 ਪਰਮਾਣੂ ਹੁੰਦੇ ਹਨ। ਇਸ ਦੇ ਉਦਾਹਰਣ ਹਨ ਆਕਸੀਜਨ, ਨਾਈਟ੍ਰੋਜਨ, ਕਲੋਰੀਨ ਅਤੇ ਹਾਈਡਰੋਜਨ। ਟ੍ਰਾਈਐਟੋਮਿਕ ਅਣੂ ਵਿੱਚ 3 ਪਰਮਾਣੂ ਹੁੰਦੇ ਹਨ। ਓਜ਼ੋਨ ਦੇ ਹਰੇਕ ਅਣੂ ਦੇ ਵਿੱਚ 3 ਆਕਸੀਜਨ ਪਰਮਾਣੂ ਹੁੰਦੇ ਹਨ। ਪੋਲੀਐਟੋਮਿਕ ਅਣੂ ਵਿੱਚ 4 ਪਰਮਾਣੂਆਂ ਤੋਂ ਵੱਧ ਪਰਮਾਣੂ ਹੁੰਦੇ ਹਨ। ਸਲਫਰ S8, ਇਥੇਨ C2H6, ਸਲਫਿਊਰਿਕ ਐਸਿਡ H2SO4 ਦੇ ਅਣੂ ਪੋਲੀਐਟੋਮਿਕ ਹਨ। ਵਿਦਿਆਰਥੀਓ, ਆਓ ਹੁਣ ਅਣਵੀ ਸੂਤਰ, ਅਣੂਆਂ ਦੇ ਬਣਤਰੀ ਸੂਤਰ ਅਤੇ ਅਣਵੀ ਮਾਡਲ ਤੇ ਵਿਚਾਰ ਕਰੀਏ। ਅਣਵੀ ਸੂਤਰ ਉਹ ਸੂਤਰ ਜੋ ਤੱਤਾਂ ਦੇ ਸੰਕੇਤਾਂ ਦੇ ਰੂਪ ਵਿੱਚ ਕਿਸੇ ਵਸਤੂ ਦੇ ਇੱਕ ਅਣੂ ਵਿੱਚ ਉਪਸਥਿਤ ਵੱਖ-ਵੱਖ ਤੱਤਾਂ ਅਤੇ ਉਹਨਾਂ ਦੇ ਪਰਮਾਣੂਆਂ ਦੀ ਸੰਖਿਆ ਦਰਸਾਉਂਦਾ ਹੈ, ਉਸ ਨੂੰ ਅਣਵੀ ਸੂਤਰ ਆਖਦੇ ਹਨ। ਜਿਵੇਂ ਅਮੋਨੀਆ ਦਾ ਅਣਵੀ ਸੂਤਰ ਹੈ NH3। ਹਰੇਕ ਅਣੂ ਦੇ ਵਿੱਚ ਪਰਮਾਣੂ ਇੱਕ ਦੂਜੇ ਦੇ ਨਾਲ ਇੱਕ ਖਾਸ ਢੰਗ ਨਾਲ ਬੰਧਨਾਂ ਦੁਆਰਾ ਜੁੜੇ ਹੁੰਦੇ ਹਨ, ਜੋ ਕਿ ਬਣਤਰੀ ਸੂਤਰ ਦੀ ਸਹਾਇਤਾ ਦੇ ਨਾਲ ਦਰਸਾਏ ਜਾ ਸਕਦੇ ਹਨ। ਹੁਣ ਇਹ ਵੇਖੀਏ ਕਿ ਇਹ ਬਣਤਰੀ ਸੂਤਰ ਕੀ ਹੈ। ਬਣਤਰੀ ਸੂਤਰ ਉਹ ਰਸਾਇਣਕ ਸੂਤਰ ਹੈ ਜੋ ਇਹ ਦਰਸਾਉਂਦਾ ਹੈ ਕਿ ਉਸ ਵਿੱਚ ਵੱਖ-ਵੱਖ ਪਰਮਾਣੂ ਕਿਸ ਪ੍ਰਕਾਰ ਇੱਕ ਦੂਜੇ ਨਾਲ ਬੱਝੇ ਹੋਏ ਹਨ। ਆਓ ਇੱਕ ਉਦਾਹਰਣ ਲਈਏ। ਕਾਰਬਨ ਡਾਈਆਕਸਾਈਡ ਦੇ ਬਣਤਰੀ ਸੂਤਰ ਭਾਵ ਸਟਰਕਚਰਲ ਫਾਰਮੂਲੇ ਨੂੰ ਇਸ ਤਰ੍ਹਾਂ ਦਰਸਾਇਆ ਜਾ ਸਕਦਾ ਹੈ। ਵਿਦਿਆਰਥੀਓ, ਕਿਸੇ ਅਣੂ ਦੇ ਵਿੱਚ ਪਰਮਾਣੂ ਸਿਰਫ ਇੱਕ ਖਾਸ ਢੰਗ ਦੇ ਨਾਲ ਇੱਕ ਦੂਜੇ ਦੇ ਨਾਲ ਜੁੜੇ ਹੀ ਨਹੀਂ ਹੁੰਦੇ, ਬਲਕਿ ਉਸੇ ਸਮੇਂ ਇੱਕ ਵਿਸ਼ੇਸ਼ ਤ੍ਰੈਵੀਮੀ ਤਰਤੀਬ ਭਾਵ ਸਪੈਸ਼ਲ ਅਰੇਂਜਮੈਂਟ ਵੀ ਦਰਸਾਉਂਦੇ ਹਨ। ਪਰਮਾਣੂਆਂ ਦੀ ਤ੍ਰੈਵੀਮੀ ਤਰਤੀਬ ਅਣੂਆਂ ਨੂੰ ਵਿਸ਼ੇਸ਼ ਆਕਾਰ ਜਾਂ ਜਿਓਮੈਟਰੀ ਪ੍ਰਦਾਨ ਕਰਦੀ ਹੈ। ਅਣੂਆਂ ਦੇ ਆਕਾਰ ਜਾਂ ਜਿਓਮੈਟਰੀ ਜਾਂ ਬਣਤਰੀ ਤਰਤੀਬ ਦੀ ਜਾਣਕਾਰੀ ਹਾਸਲ ਕਰਨ ਲਈ ਭਿੰਨ-ਭਿੰਨ ਮਾਡਲਸ ਦੀ ਵਰਤੋਂ ਕੀਤੀ ਜਾਂਦੀ ਹੈ। ਆਓ ਕੁਝ ਅਣੂਆਂ ਦੀ ਬਣਤਰ ਨੂੰ ਉਹਨਾਂ ਦੇ ਮਾਡਲਾਂ ਰਾਹੀਂ ਸਮਝਣ ਦਾ ਯਤਨ ਕਰਦੇ ਹਾਂ। ਵਿਦਿਆਰਥੀਓ, ਆਓ ਹੁਣ ਹਾਈਡਰੋਜਨ ਅਣੂ, ਕਲੋਰੀਨ ਅਣੂ, ਕਾਰਬਨ ਡਾਈਆਕਸਾਈਡ, ਅਮੋਨੀਆ, ਇਥਾਈਲ, ਐਲਕੋਹਲ, ਫਾਸਫੋਰਸ ਅਤੇ ਸਲਫਰ ਅਣੂਆਂ ਦੇ ਅਣੂ ਸੂਤਰ, ਬਣਤਰੀ ਸੂਤਰ ਅਤੇ ਉਹਨਾਂ ਦੀ ਬਣਤਰੀ ਤਰਤੀਬ ਨੂੰ ਮਾਡਲਾਂ ਰਾਹੀਂ ਸਮਝਣ ਦਾ ਯਤਨ ਕਰਦੇ ਹਾਂ। ਹਾਈਡਰੋਜਨ ਅਣੂ। ਹਾਈਡਰੋਜਨ ਅਣੂ ਦਾ ਅਣਵੀ ਸੂਤਰ H2 ਹੈ। ਹਾਈਡਰੋਜਨ ਅਣੂ ਦਾ ਬਣਤਰੀ ਸੂਤਰ ਸਕਰੀਨ ਤੇ ਵਿਖਾਇਆ ਗਿਆ ਹੈ। 2 ਹਾਈਡਰੋਜਨ ਪਰਮਾਣੂਆਂ ਦਰਮਿਆਨ ਇਕਹਿਰਾ ਸਹਿ ਸੰਯੋਜਕ ਬੰਧਨ ਬਣਦਾ ਹੈ। ਇਸ ਕਰਕੇ ਇਸ ਦਾ ਬਣਤਰੀ ਸੂਤਰ H ਸਿੰਗਲ ਬੌਂਡ H ਨਾਲ ਲਿਖਿਆ ਜਾਂਦਾ ਹੈ। ਹਾਈਡਰੋਜਨ ਅਣੂ ਨੂੰ ਇੱਕ ਬਾਲ ਅਤੇ ਸਟਿਕ ਮਾਡਲ ਦੀ ਸਹਾਇਤਾ ਨਾਲ ਦਰਸਾਇਆ ਜਾ ਸਕਦਾ ਹੈ। ਕਲੋਰੀਨ ਅਣੂ। ਕਲੋਰੀਨ ਅਣੂ ਦਾ ਅਣਵੀ ਸੂਤਰ Cl2 ਹੈ। ਕਲੋਰੀਨ ਦੇ 2 ਪਰਮਾਣੂਆਂ ਵਿਚਕਾਰ ਇਕਹਿਰਾ ਸਹਿ ਸੰਯੋਜਕ ਬੰਧਨ ਬਣਦਾ ਹੈ। ਇਸ ਕਰਕੇ
ਇਸ ਦਾ ਬਣਤਰੀ ਸੂਤਰ Cl ਸਿੰਗਲ ਬੌਂਡ Cl ਨਾਲ ਲਿਖਿਆ ਜਾਂਦਾ ਹੈ। ਬਾਲ ਐਂਡ ਸਟਿਕ ਮਾਡਲ ਦੀ ਸਹਾਇਤਾ ਨਾਲ ਸਕਰੀਨ ਤੇ ਕਲੋਰੀਨ ਅਣੂ ਨੂੰ ਦਿਖਾਇਆ ਜਾ ਰਿਹਾ ਹੈ। ਕਾਰਬਨ ਡਾਈਆਕਸਾਈਡ ਦਾ ਅਣਵੀ ਸੂਤਰ CO2 ਹੈ। ਕਾਰਬਨ ਡਾਈਆਕਸਾਈਡ ਅਣੂ ਵਿੱਚ ਕਾਰਬਨ ਦਾ ਇੱਕ ਪਰਮਾਣੂ ਅਤੇ ਆਕਸੀਜਨ ਦੇ 2 ਪਰਮਾਣੂ ਹਨ। ਕਾਰਬਨ ਦੋਵੇਂ ਆਕਸੀਜਨ ਪਰਮਾਣੂਆਂ ਨਾਲ ਦੋਹਰਾ ਸਹਿ ਸੰਯੋਜਕ ਬੰਧਨ ਬਣਾਉਂਦੀ ਹੈ। ਕਾਰਬਨ ਡਾਈਆਕਸਾਈਡ ਦੇ ਬਣਤਰੀ ਸੂਤਰ O ਡਬਲ ਬੌਂਡ C ਡਬਲ ਬੌਂਡ O ਹੈ। ਆਓ ਹੁਣ ਕਾਰਬਨ ਡਾਈਆਕਸਾਈਡ ਦੇ ਮਾਡਲ ਤੇ ਇੱਕ ਨਜ਼ਰ ਮਾਰੀਏ। ਸਕਰੀਨ ਤੇ ਕਾਰਬਨ ਡਾਈਆਕਸਾਈਡ ਦਾ ਮਾਡਲ ਵਿਖਾਇਆ ਜਾ ਰਿਹਾ ਹੈ। ਕਾਰਬਨ ਅਤੇ ਆਕਸੀਜਨ ਪਰਮਾਣੂਆਂ ਵਿਚਕਾਰ 180 ਡਿਗਰੀ ਦਾ ਕੋਣ ਹੈ। ਹੁਣ ਅਸੀਂ ਅਗਲੇ ਅਣੂ ਤੇ ਆਉਂਦੇ ਹਾਂ, ਜੋ ਕਿ ਅਮੋਨੀਆ ਹੈ। ਅਮੋਨੀਆ ਦਾ ਅਣਵੀ ਸੂਤਰ NH3 ਹੈ। ਅਮੋਨੀਆ ਵਿੱਚ ਨਾਈਟ੍ਰੋਜਨ ਦਾ ਇੱਕ ਪਰਮਾਣੂ ਅਤੇ ਹਾਈਡਰੋਜਨ ਦੇ 3 ਪਰਮਾਣੂ ਹਨ। ਆਓ ਹੁਣ ਯੌਗਿਕ ਦੇ ਬਣਤਰੀ ਸੂਤਰ ਤੇ ਇੱਕ ਨਜ਼ਰ ਮਾਰੀਏ, ਜਿਸ ਨੂੰ ਕਿ ਸਕਰੀਨ ਤੇ ਵਿਖਾਇਆ ਗਿਆ ਹੈ। ਨਾਈਟ੍ਰੋਜਨ ਦਾ ਇੱਕ ਪਰਮਾਣੂ ਇਕਹਿਰੇ ਸਹਿ ਸੰਯੋਜਕ ਬੰਧਨਾਂ ਦੇ ਨਾਲ ਹਾਈਡਰੋਜਨ ਦੇ 3 ਪਰਮਾਣੂਆਂ ਨਾਲ ਜੁੜਿਆ ਹੋਇਆ ਹੈ। ਹੁਣ ਅਸੀਂ ਅਮੋਨੀਆ ਅਣੂ ਦੇ ਬਣਤਰੀ ਤਰਤੀਬ ਨੂੰ ਸਕਰੀਨ ਤੇ ਵੇਖਦੇ ਹਾਂ। ਇਹ ਪਿਰਾਮਿਡਲ ਸਟਰਕਚਰ ਹੈ। ਆਓ ਹੁਣ ਅਣੂ ਦੇ ਮਾਡਲ ਤੇ ਇੱਕ ਨਜ਼ਰ ਮਾਰੀਏ, ਜਿਸ ਨੂੰ ਸਕਰੀਨ ਤੇ ਵਿਖਾਇਆ ਗਿਆ ਹੈ। ਨਾਈਟ੍ਰੋਜਨ ਦਾ ਇੱਕ ਪਰਮਾਣੂ ਹਾਈਡਰੋਜਨ ਦੇ 3 ਪਰਮਾਣੂਆਂ ਨਾਲ ਇਕਹਿਰੇ ਸਹਿ ਸੰਯੋਜਕ ਬੰਧਨ ਨਾਲ ਜੁੜਿਆ ਹੋਇਆ ਹੈ। ਪਾਣੀ ਦਾ ਅਣਵੀ ਸੂਤਰ H2O ਹੈ। ਇਸ ਦਾ ਬਣਤਰੀ ਸੂਤਰ H ਸਿੰਗਲ ਬੌਂਡ O ਸਿੰਗਲ ਬੌਂਡ H ਕਰਕੇ ਲਿਖਿਆ ਜਾਂਦਾ ਹੈ ਅਤੇ ਪਾਣੀ ਦੀ ਬਣਤਰ ਨੂੰ ਮਾਡਲ ਦੁਆਰਾ ਸਕਰੀਨ ਤੇ ਵਿਖਾਇਆ ਗਿਆ ਹੈ। ਅਗਲਾ ਅਣੂ ਇਥਾਈਲ ਐਲਕੋਹਲ ਹੈ। ਇਥਾਈਲ ਐਲਕੋਹਲ ਦਾ ਅਣਵੀ ਸੂਤਰ C2H5OH ਹੈ। ਬਣਤਰੀ ਸੂਤਰ ਅਤੇ ਬਣਤਰੀ ਤਰਤੀਬ ਨੂੰ ਸਕਰੀਨ ਤੇ ਵਿਖਾਇਆ ਗਿਆ ਹੈ। ਇਥਾਈਲ ਐਲਕੋਹਲ ਦੀ ਬਣਤਰ ਨੂੰ ਸਮਝਣ ਲਈ ਇਥਾਈਲ ਐਲਕੋਹਲ ਦੇ ਮਾਡਲ ਨੂੰ ਸਕਰੀਨ ਤੇ ਵਿਖਾਇਆ ਗਿਆ ਹੈ। ਫਾਸਫੋਰਸ P4 ਦੇ ਤੌਰ ਤੇ ਮੌਜੂਦ ਹੁੰਦਾ ਹੈ। ਇਸ ਦਾ ਅਰਥ ਇਹ ਹੈ ਕਿ ਫਾਸਫੋਰਸ ਦੇ ਇੱਕ ਅਣੂ ਵਿੱਚ ਫਾਸਫੋਰਸ ਦੇ 4 ਪਰਮਾਣੂ ਹੁੰਦੇ ਹਨ। ਫਾਸਫੋਰਸ ਦਾ ਅਣਵੀ ਸੂਤਰ P4 ਹੈ। ਬਣਤਰੀ ਸੂਤਰ ਅਤੇ ਬਣਤਰੀ ਤਰਤੀਬ ਨੂੰ ਸਕਰੀਨ ਤੇ ਵਿਖਾਇਆ ਗਿਆ ਹੈ। ਆਓ ਹੁਣ ਇਸ ਦੇ ਮਾਡਲ ਤੇ ਇੱਕ ਨਜ਼ਰ ਮਾਰੀਏ। ਮੈਨੂੰ ਉਮੀਦ ਹੈ ਕਿ ਹੁਣ ਫਾਸਫੋਰਸ ਦੀ ਬਣਤਰ ਨੂੰ ਤੁਸੀਂ ਚੰਗੀ ਤਰ੍ਹਾਂ ਸਮਝ ਗਏ ਹੋ। ਅਤੇ ਹੁਣ ਅਖੀਰ ਵਿੱਚ ਆਓ ਸਲਫਰ ਦੀ ਬਣਤਰੀ ਤਰਤੀਬ ਨੂੰ ਸਮਝਦੇ ਹਾਂ। ਸਲਫਰ ਦੇ ਇੱਕ ਅਣੂ ਵਿੱਚ ਸਲਫਰ ਦੇ 8 ਪਰਮਾਣੂ ਹੁੰਦੇ ਹਨ। ਸਲਫਰ ਦਾ ਅਣਵੀ ਸੂਤਰ S8 ਹੈ। ਸਲਫਰ ਦੇ 2 ਪਰਮਾਣੂਆਂ ਵਿਚਲੇ ਬੰਧਨ ਦੀ ਲੰਬਾਈ S ਸਿੰਗਲ ਬੌਂਡ S 2.04 ਤੋਂ 2.06 ਐਂਗਸਟ੍ਰੋਮ ਹੈ। 2.06 ਐਂਗਸਟ੍ਰੋਮ ਹੈ। ਤੇ ਆਓ ਹੁਣ ਇੱਕ ਕਰਕੇ ਇਸ ਦੇ ਬਣਤਰੀ ਸੂਤਰ, ਬਣਤਰੀ ਤਰਤੀਬ ਅਤੇ ਇਸ ਦੇ ਮਾਡਲ ਤੇ ਇੱਕ ਨਜ਼ਰ ਮਾਰੀਏ। ਵਿਦਿਆਰਥੀਓ, ਆਓ ਹੁਣ ਪਰਮਾਣੂ ਪੁੰਜ ਬਾਰੇ ਜਾਣੀਏ। ਡਾਲਟਨ ਪਰਮਾਣੂ ਸਿਧਾਂਤ ਦੇ ਅਨੁਸਾਰ ਹਰ ਤੱਤ ਦੇ ਪਰਮਾਣੂ ਦਾ ਇੱਕ ਖਾਸ ਪੁੰਜ ਹੁੰਦਾ ਹੈ।
ਪਰਮਾਣੂ ਬਹੁਤ ਹੀ ਛੋਟਾ ਕਣ ਹੈ। ਕਿਸੇ ਵੀ ਤੱਤ ਦੇ ਪਰਮਾਣੂ ਨੂੰ ਅਲੱਗ ਕਰਨਾ ਅਤੇ ਇੰਨੇ ਛੋਟੇ ਕਣ ਦਾ ਪੁੰਜ ਪਤਾ ਕਰਨਾ ਬਹੁਤ ਹੀ ਮੁਸ਼ਕਲ ਸੀ। ਜਿਵੇਂ ਕਿ ਹਾਈਡਰੋਜਨ H ਦੇ ਇੱਕ ਪਰਮਾਣੂ ਦਾ ਪੁੰਜ ਜੋ ਗਿਆਤ ਕੀਤਾ ਗਿਆ ਉਹ ਹੈ 1.673 ਗੁਣਾ 10 ਦੀ ਘਾਤ -24 ਗ੍ਰਾਮ ਅਤੇ 0.23 ਵਾਰ 0 1673 ਗ੍ਰਾਮ। ਇੰਨੇ ਛੋਟੇ ਪੁੰਜ ਨੂੰ ਤੋਲਣਾ ਸੰਭਵ ਨਹੀਂ ਹੈ। ਇੱਥੋਂ ਤੱਕ ਕਿ ਕਿਸੇ ਅਤ ਸੂਖਮ ਤੱਕੜੀ ਭਾਵ ਕਿਸੇ ਵੀ ਸੈਂਸਿਟਿਵ ਬੈਲੈਂਸ ਨਾਲ ਤੋਲਣਾ ਸੰਭਵ ਨਹੀਂ ਹੈ। ਅਜਿਹੇ ਗੁੰਝਲਦਾਰ ਅੰਕਾਂ ਨੂੰ ਗਣਨਾ ਕਰਨ ਲਈ ਵਰਤਣਾ ਵੀ ਅਸੁਵਿਧਾਜਨਕ ਹੈ। ਇਸ ਕਠਿਨਾਈ ਦਾ ਹੱਲ ਲੱਭਣ ਲਈ ਵਿਗਿਆਨੀਆਂ ਨੇ ਤੱਤਾਂ ਦੇ ਸਾਪੇਖੀ ਪਰਮਾਣੂ ਪੁੰਜ ਭਾਵ ਰਿਲੇਟਿਵ ਐਟੋਮਿਕ ਮਾਸਸ ਪਤਾ ਕਰਨ ਦੀ ਕੋਸ਼ਿਸ਼ ਕੀਤੀ। ਉਸ ਵੇਲੇ ਗਿਆਤ ਤੱਤਾਂ ਵਿੱਚੋਂ ਹਾਈਡਰੋਜਨ ਸਭ ਤੋਂ ਹਲਕਾ ਤੱਤ ਸੀ। ਉਹਨਾਂ ਨੇ ਹਾਈਡਰੋਜਨ ਪਰਮਾਣੂ ਦਾ ਪੁੰਜ ਇੱਕ ਇਕਾਈ ਮੰਨਿਆ। ਇਸ ਹਾਈਡਰੋਜਨ ਪਰਮਾਣੂ ਦੇ ਪਰਮਾਣੂ ਪੁੰਜ ਦੀ ਤੁਲਨਾ ਨਾਲ ਸਾਰੇ ਗਿਆਤ ਤੱਤਾਂ ਦੇ ਸਾਪੇਖੀ ਪਰਮਾਣੂ ਪੁੰਜ ਗਿਆਤ ਕੀਤੇ। ਕਿਸੇ ਵੀ ਤੱਤ ਦੇ ਪਰਮਾਣੂ ਦਾ ਪੁੰਜ ਓਨਾ ਹੀ ਮੰਨਿਆ ਗਿਆ ਜਿੰਨੇ ਗੁਣਾ ਉਸ ਤੱਤ ਦਾ ਇੱਕ ਪਰਮਾਣੂ ਹਾਈਡਰੋਜਨ ਦੇ ਇੱਕ ਪਰਮਾਣੂ ਦੇ ਪੁੰਜ ਤੋਂ ਭਾਰਾ ਸੀ। ਬਾਅਦ ਵਿੱਚ ਕੁਦਰਤੀ ਆਕਸੀਜਨ ਭਾਵ O16 ਦੇ ਇੱਕ ਪਰਮਾਣੂ ਦੇ ਪੁੰਜ ਦੇ 1/16ਵੇਂ ਭਾਗ ਨੂੰ ਇਕਾਈ ਵਜੋਂ ਚੁਣਿਆ, ਕਿਉਂਕਿ ਆਕਸੀਜਨ ਹਾਈਡਰੋਜਨ ਦੇ ਮੁਕਾਬਲੇ ਬਹੁਤ ਸਾਰੇ ਤੱਤਾਂ ਦੇ ਨਾਲ ਕਿਰਿਆ ਕਰਕੇ ਯੋਗਿਕ ਬਣਾਉਂਦੀ ਹੈ। ਇਸ ਤੋਂ ਇਲਾਵਾ ਇਸ ਪਰਮਾਣੂ ਪੁੰਜ ਇਕਾਈ ਨਾਲ ਬਹੁਤ ਸਾਰੇ ਤੱਤਾਂ ਦੇ ਪੁੰਜ ਪੂਰਨ ਅੰਕਾਂ ਵਿੱਚ ਪ੍ਰਾਪਤ ਹੋਏ। ਬਾਅਦ ਵਿੱਚ ਆਕਸੀਜਨ ਦੇ ਆਈਸੋਟੋਪ O17 ਅਤੇ O18 ਦੀ ਮੌਜੂਦਗੀ ਬਾਰੇ ਜਾਣਕਾਰੀ ਮਿਲੀ। ਇਸ ਤਰ੍ਹਾਂ ਆਕਸੀਜਨ ਦਾ ਮੱਧਮਾਨ ਪਰਮਾਣੂ ਪੁੰਜ 16.0044 AMU ਗਿਆਤ ਕੀਤਾ ਗਿਆ। ਅੰਤ ਵਿੱਚ ਰਸਾਇਣ ਵਿਗਿਆਨੀਆਂ ਦੀ ਅੰਤਰਰਾਸ਼ਟਰੀ ਯੂਨੀਅਨ ਭਾਵ ਇੰਟਰਨੈਸ਼ਨਲ ਯੂਨੀਅਨ ਆਫ ਕੈਮਿਸਟਸ ਨੇ ਸਾਲ 1961 ਵਿੱਚ ਕਾਰਬਨ ਦੇ ਸਥਾਈ ਸਮਸਥਾਨਕ ਭਾਵ C12 ਨੂੰ ਤੱਤਾਂ ਦੇ ਪਰਮਾਣੂ ਪੁੰਜ ਗਿਆਤ ਕਰਨ ਲਈ ਸਟੈਂਡਰਡ ਵਜੋਂ ਚੁਣਿਆ। ਕਾਰਬਨ ਦੇ ਸਮਸਥਾਨਕ ਦਾ ਪਰਮਾਣੂ ਪੁੰਜ 12 AMU ਮੰਨਿਆ ਗਿਆ। ਕਾਰਬਨ ਦੇ ਸਥਾਈ ਸਮਸਥਾਨਕ ਭਾਵ C12 ਦੇ ਪਰਮਾਣੂ ਪੁੰਜ ਦੀ ਤੁਲਨਾ ਨਾਲ ਸਾਰੇ ਗਿਆਤ ਤੱਤਾਂ ਦੇ ਸਾਪੇਖੀ ਪਰਮਾਣੂ ਪੁੰਜ ਗਿਆਤ ਕੀਤੇ। ਕਿਸੇ ਵੀ ਤੱਤ ਦੇ ਪਰਮਾਣੂ ਦਾ ਪੁੰਜ ਇਹ ਦਰਸਾਉਂਦਾ ਹੈ ਕਿ ਕਿਸੇ ਤੱਤ ਦਾ ਪਰਮਾਣੂ C12 ਪਰਮਾਣੂ ਦੇ ਪੁੰਜ 12 AMU ਨਾਲੋਂ ਕਿੰਨੇ ਗੁਣਾ ਭਾਰਾ ਹੈ। ਇੱਕ AMU ਜਾਂ 1 ਐਟੋਮਿਕ ਮਾਸ ਯੂਨਿਟ ਭਾਵ ਇੱਕ ਪਰਮਾਣੂ ਪੁੰਜ ਇਕਾਈ ਕਾਰਬਨ 12 ਦੇ ਪੁੰਜ ਦਾ 1/12 ਭਾਗ ਹੈ। ਇਸ ਤਰ੍ਹਾਂ ਇੱਕ AMU ਬਰਾਬਰ C12 ਪਰਮਾਣੂ ਦਾ ਪੁੰਜ ਬਟਾ 12। AMU ਲਈ ਨਵਾਂ ਸੰਕੇਤ U ਭਾਵ ਯੂਨੀਫਾਈਡ ਮਾਸ ਹੈ। ਹਾਈਡਰੋਜਨ ਦੇ ਇੱਕ ਪਰਮਾਣੂ ਦਾ ਪੁੰਜ C12 ਪਰਮਾਣੂ ਦੇ ਪੁੰਜ ਦਾ 1/12ਵਾਂ ਭਾਗ ਹੈ।
ਇਸ ਲਈ ਹਾਈਡਰੋਜਨ ਦਾ ਪਰਮਾਣੂ ਪੁੰਜ AMU ਸਕੇਲ ਉੱਤੇ 1 ਹੈ ਜਾਂ 1 AMU ਜਾਂ 1 U ਵਜੋਂ ਲਿਖਿਆ ਜਾਂਦਾ ਹੈ। ਆਕਸੀਜਨ ਦਾ ਪਰਮਾਣੂ ਪੁੰਜ 16 AMU ਜਾਂ 16 U ਹੈ। ਵਿਦਿਆਰਥੀਓ, ਆਓ ਹੁਣ ਅਣੂ ਪੁੰਜ ਬਾਰੇ ਜਾਣੀਏ। ਅਣੂ ਪੁੰਜ ਪਰਮਾਣੂਆਂ ਦੀ ਤਰ੍ਹਾਂ ਹੀ ਅਣੂਆਂ ਦੇ ਅਸਲ ਪੁੰਜ ਵੀ ਬਹੁਤ ਥੋੜੇ ਹੁੰਦੇ ਹਨ, ਕਿਉਂਕਿ ਅਣੂ ਵੀ ਆਕਾਰ ਵਿੱਚ ਬਹੁਤ ਹੀ ਛੋਟੇ ਹੁੰਦੇ ਹਨ। ਅਣੂਆਂ ਦੇ ਪੁੰਜ ਨੂੰ ਤੋਲਣਾ ਵੀ ਸੰਭਵ ਨਹੀਂ ਹੈ, ਇੱਥੋਂ ਤੱਕ ਕਿ ਅਤ ਸੂਖਮ ਤੱਕੜੀ ਭਾਵ ਕਿਸੇ ਵੀ ਸੈਂਸਿਟਿਵ ਬੈਲੈਂਸ ਨਾਲ ਵੀ ਅਣੂਆਂ ਦੇ ਪੁੰਜ ਨੂੰ ਤੋਲਣਾ ਸੰਭਵ ਨਹੀਂ ਹੈ। ਪਰਮਾਣੂ ਪੁੰਜ ਦੀ ਤਰ੍ਹਾਂ ਕਿਸੇ ਵਸਤੂ ਦਾ ਅਣੂ ਪੁੰਜ ਵੀ C12 ਆਈਸੋਟੋਪ ਦਾ ਪੁੰਜ 12 AMU-